ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਧੁਨੀ ਸੰਪਰਦਾਇ ਦੀ ਗੱਲ ਆ ਉਹ ਆਉਂਦੀ ਆ ਤੇ ਧੁਨੀ ਸੰਪਰਦਾਇ ਕਿਹਨਾਂ ਦਾ ਦਿੱਤਾ ਹੋਇਆ ਸਿਧਾਂਤ ਆ, ਇਸ ਦੇ ਵਿੱਚ ਕੀ ਆ, ਇਹਨਾਂ ਗੱਲਾਂ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਤੇ ਚਰਚਾ ਕਰਨਗੇ ਪ੍ਰੋਫੈਸਰ ਸਤਨਾਮ ਸਿੰਘ ਸੰਧੂ। ਸਰ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਡਾਕਟਰ ਗਿੰਦਰ ਸਿੰਘ। ਸਰ ਜਿਹੜਾ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਜਦੋਂ ਧੁਨੀ ਦੇ ਬਾਰੇ ਗੱਲ ਕੀਤੀ ਜਾਂਦੀ ਆ ਤੇ ਧੁਨੀ ਦੇ ਵਿੱਚ ਜਦੋਂ ਅਸੀਂ ਧੁਨੀ ਨੂੰ ਸਮਝਣਾ ਜੀ ਤੇ ਧੁਨੀ ਨੂੰ ਸਮਝਣ ਦੇ ਲਈ ਸਾਡੇ ਕੋਲੇ ਆਧਾਰ ਕੀ ਹੈ ਜੀ, ਇਸ ਬਾਰੇ ਸਾਨੂੰ ਸਰ ਜਾਣਕਾਰੀ ਦਿਓ। ਡਾਕਟਰ ਗਿੰਦਰ ਸਿੰਘ, ਭਾਰਤੀ ਕਾਵਿ ਸ਼ਾਸਤਰ ਬੁਨਿਆਦੀ ਤੌਰ ਤੇ ਸਾਹਿਤ ਨੂੰ ਸਰਬਪੱਖੀ ਰੂਪ ਦੇ ਵਿੱਚ ਸਮਝਣ ਦੀ ਕਲਾ ਜਾਂ ਪ੍ਰਕਿਰਿਆ ਹੈ। ਇਸੇ ਕਰਕੇ ਇਸ ਦੇ ਵਿੱਚ ਜਿਹੜੀਆਂ 6 ਵੱਖ-ਵੱਖ ਸੰਪਰਦਾਵਾਂ ਦਿੱਤੀਆਂ ਗਈਆਂ ਜਦੋਂ ਅਸੀਂ ਦੇਖਦੇ ਹਾਂ ਉਹ ਤਕਰੀਬਨ ਉਸ ਸਮੇਂ ਦੇ ਰਚੇ ਜਾ ਰਹੇ ਸਾਰੇ ਸਾਹਿਤ ਦੇ ਸਰਬਪੱਖੀ ਉਹਦੇ ਅੰਦਰੂਨੀ ਤੇ ਬਾਹਰੀ ਪਾਸਾਰਾਂ ਦੇ ਆਧਾਰ ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ। ਜਿਹੜਾ ਧਵਨੀ ਸਿਧਾਂਤ ਹੈ, ਇਹ ਸਿਧਾਂਤ ਆਨੰਦ ਵਰਧਨ ਦੁਆਰਾ ਧਵਨਿਆ ਲੋਕ ਜਿਹੜਾ ਗ੍ਰੰਥ ਹੈ ਉਹਦੇ ਵਿੱਚ ਦਿੱਤਾ ਗਿਆ। ਆਨੰਦ ਵਰਧਨ ਬਹੁਤ ਸਾਰੇ ਹੋਰ ਜਿਹੜੇ ਭਾਰਤੀ ਕਾਵਿ ਸ਼ਾਸਤਰ ਦੇ ਵਿਦਵਾਨ ਸੀ ਉਹਨਾਂ ਵਾਂਗ ਇਹ ਵੀ ਕਸ਼ਮੀਰ ਦਾ ਰਹਿਣ ਵਾਲਾ ਵਿਅਕਤੀ ਸੀ। ਜਿਹੜਾ ਇਹਨਾਂ ਦਾ ਸਿਧਾਂਤ ਹੈ ਤਕਰੀਬਨ 9ਵੀਂ ਸਦੀ ਦੇ ਵਿੱਚ ਇਹ ਸਿਧਾਂਤ ਹੈ ਜਿਹੜਾ ਇਹਨਾਂ ਦਾ ਹੋਂਦ ਦੇ ਵਿੱਚ ਆਇਆ। ਇਤਿਹਾਸ ਤੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ। ਜਦੋਂ ਅਸੀਂ ਧਵਨੀ ਸਿਧਾਂਤ ਬਾਰੇ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਧਵਨੀ ਦਾ ਅਰਥ ਕੀ ਹੈ। ਇਸ ਨੂੰ ਪੰਜਾਬੀ ਦੇ ਵਿੱਚ 2 ਤਰੀਕਿਆਂ ਨਾਲ ਲਿਆ ਜਾਂਦਾ। ਸੰਸਕ੍ਰਿਤ ਦੇ ਵਿੱਚ ਇਸ ਨੂੰ ਧਵਨੀ ਕਿਹਾ ਜਾਂਦਾ ਹੈ। ਧਵ ਦੇ ਪੈਰ 'ਚ ਵ ਦੀ ਮਾਤਰਾ ਪਾ ਕੇ ਬੋਲਿਆ ਜਾਂਦਾ ਹੈ ਤੇ ਬਹੁਤ ਸਾਰੇ ਜਿਹੜੇ ਪੰਜਾਬੀ ਦੇ ਨਵੇਂ ਲੇਖਕ ਆ ਉਹਨੂੰ ਧੁਨੀ ਵੀ ਕਹਿ ਦਿੰਦੇ। ਮੈਂ ਵੀ ਧੁਨੀ ਬੋਲਿਆ ਜੀ। ਹਾਂ, ਕੋਈ ਗੱਲ ਨਹੀਂ, ਕੋਈ ਗੱਲ ਹੈ। ਇਹਨੂੰ ਅੰਗਰੇਜ਼ੀ ਦਾ ਸ਼ਬਦ ਟੋਨ ਹੈ ਜਿਹੜਾ, ਜਾਂ ਪੰਜਾਬੀ ਦੇ ਵਿੱਚ ਖੜਾਕ ਜਾਂ ਆਵਾਜ਼ ਕਹੀਏ, ਉਹਦੇ ਸਮਾਨਾਰਥੀ ਰੂਪ ਦੇ ਵਿੱਚ ਲਿਆ ਜਾਂਦਾ ਹੈ। ਬੁਨਿਆਦੀ ਤੌਰ ਤੇ ਜਿਹੜਾ ਸਾਹਿਤ ਹੈ, ਸਾਹਿਤ ਸ਼ਬਦ ਦੀ ਕਲਾ ਹੈ। ਸ਼ਬਦ ਕਿਵੇਂ ਬਣਦਾ ਹੈ? ਸ਼ਬਦ ਵਰਨਾਂ ਤੋਂ ਬਣਦਾ ਹੈ। ਵਰਨ ਕੀ ਹੈ? ਵਰਨ ਉਹ ਟੈਕਨੋਲੋਜੀ ਹੈ, ਉਹ ਵਰਨ ਖਾਸ ਕਿਸਮ ਦੀ ਵਿਧਾ ਜਾਂ ਉਸ ਖਾਸ ਕਿਸਮ ਦਾ ਵਿਧਾਨ ਹੈ ਜਿਸ ਰਾਹੀਂ ਅਸੀਂ ਵੱਖ-ਵੱਖ ਆਵਾਜ਼ਾਂ ਨੂੰ ਚਿੰਨ੍ਹਾਂ ਦੇ ਰਾਹੀਂ ਪਕੜਨ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਤਰੀਕੇ ਨਾਲ ਊ, ਆ, ਈ, ਇਹ ਸਾਰੇ ਵੱਖ-ਵੱਖ ਚਿੰਨ੍ਹ ਹੈ ਤੇ ਹਰ ਦੇ ਵਿੱਚ ਅਸੀਂ ਕੋਈ ਨਾ ਕੋਈ ਧਵਨੀ ਨੂੰ ਸੰਯੁਕਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਜਦੋਂ ਅਸੀਂ ਇਹਨਾਂ ਵਰਨਾਂ ਦੇ ਵਿੱਚ ਪੇਸ਼ ਹੋ ਰਹੀਆਂ ਧਵਨੀਆਂ ਨੂੰ ਸਾਰਥਕ ਰੂਪ ਦੇ ਵਿੱਚ ਇਕੱਤਰ ਕਰਦੇ ਹਾਂ ਤਾਂ ਉੱਥੇ ਸ਼ਬਦ ਬਣ ਜਾਂਦਾ ਹੈ। ਜਦੋਂ ਸ਼ਬਦ ਬਣਦਾ ਹੈ ਤਾਂ ਹਰ ਸ਼ਬਦ ਹੈ ਜਿਹੜਾ ਉਸ ਸ਼ਬਦ ਦਾ ਕੋਈ ਨਾ ਕੋਈ ਅਰਥ ਵੀ ਹੁੰਦਾ ਹੈ। ਸ਼ਬਦ ਅਤੇ ਅਰਥ ਦੀ ਪ੍ਰਕਿਰਿਆ ਨੂੰ ਜਦੋਂ ਅਸੀਂ ਸਮਝਦੇ ਹਾਂ ਤਾਂ ਇਸ ਨੂੰ ਸਮਝਣ ਦੇ ਸਾਡੇ ਕੋਲੇ 2 ਵਰਤਾਰੇ ਹੈ। ਇੱਕ ਸ਼ਬਦ ਨੂੰ ਸਮਝਣ ਦੀ ਵਿਆਕਰਨਿਕ ਵਿਧੀ ਹੈ ਕਿ ਉਹ ਜਿਹੜਾ ਸਾਰਥਕ ਸ਼ਬਦ ਬਣਿਆ ਉਹਦੇ ਕਿਹੜੇ ਪਾਸਾਰ ਹੈ, ਕਿਹੜੇ ਆਧਾਰ ਹੈ, ਕਿਵੇਂ ਵਰਤਿਆ ਜਾਣਾ ਹੈ। ਸ਼ਬਦ ਹੈ ਜਿਹੜਾ ਉਹ ਨਾਮ ਹੈ, ਪੜਨਾਮ ਹੈ, ਕਿਰਿਆ ਹੈ, ਵਿਸ਼ੇਸ਼ਣ ਹੈ। ਇਹ ਵਿਆਕਰਨ ਸ਼ਾਸਤਰੀਆਂ ਦਾ ਪੱਖ ਹੈ। ਦੂਸਰਾ ਸ਼ਬਦ ਦਾ ਪੱਖ ਆ ਜਾਂਦਾ ਅਰਥ ਵਾਲਾ ਪੱਖ ਕਿ ਹਰ ਸ਼ਬਦ ਹੈ ਜਿਹੜਾ ਉਹ ਕਿਸੇ ਨਾ ਕਿਸੇ ਅਰਥ ਦਾ ਸੰਚਾਰ ਕਰਦਾ ਹੈ ਤੇ ਜਦੋਂ ਸ਼ਬਦ ਕਿਸੇ ਖਾਸ ਕਿਸਮ ਦੇ ਅਰਥ ਦਾ ਸੰਚਾਰ ਕਰਦਾ ਹੈ ਤਾਂ ਹਰ ਸ਼ਬਦ ਇੱਕੋ ਰੂਪ ਦੇ ਵਿੱਚ ਅਰਥਾਂ ਦਾ ਸੰਚਾਰ ਨਹੀਂ ਕਰਦਾ, ਬਲਕਿ ਉਹ ਹਰ ਸਮੇਂ ਵੱਖਰੇ-ਵੱਖਰੇ ਤਰੀਕੇ ਨਾਲ ਅਰਥਾਂ ਦਾ ਸੰਚਾਰ ਕਰਦਾ ਰਹਿੰਦਾ ਹੈ। ਤੇ ਜਿਹੜਾ ਸਾਡਾ ਸਾਹਿਤ ਹੈ, ਸਾਹਿਤ ਦੇ ਵਿੱਚ ਜਦੋਂ ਤੁਸੀਂ ਸ਼ਬਦ ਦੀ ਵਰਤੋਂ ਕਰਦੇ ਆ ਤਾਂ ਉਹ ਜਿਹੜੇ ਵਰਤੇ ਗਏ ਸ਼ਬਦ ਹੈ ਉਹਨਾਂ ਨੂੰ ਬਹੁਅਰਥੀ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ। ਸ਼ਬਦ ਇੱਕੋ ਹੀ ਹੁੰਦਾ ਹੈ, ਵਿਆਕਰਨਿਕ ਤੌਰ ਤੇ ਉਹ ਸ਼ਬਦ ਇੱਕੋ ਹੀ ਹੁੰਦਾ ਹੈ, ਪਰ ਜਦੋਂ ਸਾਹਿਤ ਦੇ ਵਿੱਚ ਪੇਸ਼ ਕਰਦੇ ਆ ਉਹ ਪੇਸ਼ਕਾਰੀ ਦੇ ਪੱਖ ਤੋਂ, ਸਾਹਿਤ ਦੇ ਵਿੱਚ ਪੇਸ਼ ਹੋਣ ਤੇ ਉਹਨਾਂ ਦੀ ਸਮਝ ਦੇ ਪੱਖ ਤੋਂ ਉਸ ਨੂੰ ਅਸੀਂ ਬਹੁ ਅਰਥਾਂ ਦੇ ਵਿੱਚ ਦੇਖਣ, ਜਾਣਨ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜਾ ਧੁਨੀ ਸਿਧਾਂਤ ਹੈ ਉਹ ਸਾਨੂੰ ਇਸ ਗੱਲ ਦਾ ਗਿਆਨ ਦਿੰਦਾ ਹੈ, ਇਸ ਗੱਲ ਦੀ ਜਾਣਕਾਰੀ ਦਿੰਦਾ ਹੈ ਕਿ ਜਿਹੜਾ ਸਾਹਿਤ ਦੇ ਵਿੱਚ ਵਰਤਿਆ ਗਿਆ ਸ਼ਬਦ ਹੈ ਉਹ ਕਿਸ ਪ੍ਰਕਾਰ ਸਮਝਿਆ ਜਾ ਸਕਦਾ ਹੈ, ਉਸ ਸ਼ਬਦ ਦੇ ਅਰਥ ਦਾ ਸੰਚਾਰ ਕਿਸ ਪ੍ਰਕਾਰ ਹੋ ਰਿਹਾ ਹੈ, ਉਸ ਦੇ ਅਰਥਾਂ ਨੂੰ ਜਦੋਂ ਕੋਈ ਆਲੋਚਕ, ਟੀਕਾਕਾਰ, ਵਿਆਖਿਆਕਾਰ ਜਾਂ ਉਹਦੀ ਚਰਚਾ ਕਰਨ ਵਾਲਾ ਵਿਅਕਤੀ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਲਿਖਤ ਅਰਥਾਂ ਨਾਲੋਂ ਅੱਗੇ ਕਿਵੇਂ ਜਾਂਦਾ ਹੈ। ਇਸ ਸਾਰੇ ਵਿਧੀ ਵਿਧਾਨ ਦੀ ਸਾਨੂੰ ਧੁਨੀ ਸਿਧਾਂਤ ਹੈ ਜਿਹੜਾ ਉਹ ਸਿੱਖਿਆ ਦਿੰਦਾ ਹੈ ਜੀ। ਤੇ ਫਿਰ ਸਰ ਜਦੋਂ ਤੁਸੀਂ ਸ਼ਬਦ ਦੀ ਗੱਲ ਬਾਰ-ਬਾਰ ਜਿਹੜੀ ਆਪਣੇ ਉਸ ਦੇ ਵਿੱਚ ਕੀਤੀ ਆ ਤੇ ਫਿਰ ਇਸ ਤਰ੍ਹਾਂ ਕਰਕੇ ਆਪਾਂ ਇਸ ਗੱਲ ਨੂੰ ਇਹ ਸਮਝ ਸਕਦੇ ਹਾਂ ਵੀ ਜਿਹੜਾ ਇੱਕ ਸ਼ਬਦ ਆ ਉਸ ਦੀਆਂ ਸ਼ਕਤੀਆਂ ਉਹ ਅਰਥ ਦੇ ਰਾਹੀਂ ਵੀ ਆਪਾਂ ਵੇਖ ਸਕਦੇ ਹਾਂ ਉਹਨੂੰ, ਜਾਂ ਜਿਵੇਂ ਤੁਸੀਂ ਕਿਹਾ ਵੀ ਉਹਨੂੰ ਵਿਆਕਰਨਕ ਪੱਖ ਤੋਂ ਵੀ ਵੇਖਿਆ ਜਾ ਸਕਦਾ। ਤੇ ਫਿਰ ਇਸ ਤੋਂ ਪਹਿਲਾਂ ਸਾਨੂੰ ਤੁਸੀਂ ਸ਼ਬਦ ਦੀ ਮਹੱਤਤਾ ਦੱਸੋ ਜੀ ਫਿਰ ਉਸ ਦੇ ਬਾਰੇ। ਦੇਖੋ, ਜਿਹੜਾ ਸ਼ਬਦ ਹੈ, ਸ਼ਬਦ ਨੂੰ 2 ਕਿਸਮ ਨਾਲ ਦੇਖਿਆ ਜਾਂਦਾ ਸੰਸਕ੍ਰਿਤ ਸਾਹਿਤ ਦੇ ਵਿੱਚ, ਨਿਤ ਤੇ ਅਨਿਤ ਕਰਕੇ। ਇਹ ਮੰਨਿਆ ਜਾਂਦਾ ਕਿ ਜਦੋਂ ਸ਼ਬਦ ਨੂੰ ਅਸੀਂ ਬੋਲਦੇ ਹਾਂ
ਉਹ ਧੁਨੀ ਦੇ ਹਿਸਾਬ ਨਾਲ ਪਹਿਲਾ ਪੱਖ ਅਲੋਪ ਹੋ ਜਾਂਦਾ ਹੈ, ਦੂਸਰਾ ਪੱਖ ਚੱਲਦਾ ਰਹਿੰਦਾ ਹੈ। ਜਾਂ ਸ਼ਬਦ ਦੇ ਵਿੱਚ ਬੁਨਿਆਦੀ ਤੌਰ ਤੇ ਇਸ ਨੂੰ ਨਾ ਸਿਰਫ ਸਾਡੇ ਸੰਸਕ੍ਰਿਤ ਤੇ ਪੰਜਾਬੀ ਸਾਹਿਤ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਬਲਕਿ ਵਿਸ਼ਵ ਪੱਧਰ ਤੇ ਵੀ ਸ਼ਬਦ ਨੂੰ ਜਾਣਨ ਬਾਰੇ, ਸਮਝਣ ਬਾਰੇ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ ਕਿ ਸ਼ਬਦ ਅਤੇ ਅਰਥ ਦੇ ਸਹਿ ਸੰਬੰਧ ਨੂੰ ਕਿਵੇਂ ਦੇਖਿਆ ਜਾਵੇ। ਜਿਹੜੇ ਪੱਛਮੀ ਵਿਦਵਾਨ ਹੈ, ਜਿਸ ਤਰੀਕੇ ਨਾਲ ਮੈਂ ਹਵਾਲਾ ਦੇਣਾ ਚਾਹਾਂ ਤਾਂ ਪੱਛਮੀ ਵਿਦਵਾਨ ਸਸਿਊਰ ਹੈ, ਉਹਨੇ 1928 ਦੇ ਵਿੱਚ ਆਪਣੀ ਜਿਹੜੀ ਪੁਸਤਕ ਹੈ ਉਹਨਾਂ ਦੀ ਹੋਂਦ ਦੇ ਵਿੱਚ ਆਈ। ਉਹਨਾਂ ਦੇ PhD ਦੇ ਵਿਦਿਆਰਥੀਆਂ ਨੇ ਉਹਨਾਂ ਦੇ ਜਿਹੜੇ ਨੋਟਸ ਸੀ ਉਹਨਾਂ ਨੂੰ ਸੰਗ੍ਰਹਿ ਕਰਕੇ ਇੱਕ ਕਿਤਾਬ ਬਣਾਈ। ਉਹ ਕਿਤਾਬ ਦਾ ਨਾਮ ਰੱਖਿਆ ਕੋਰਸ ਇਨ ਜਰਨਲ ਲਿੰਗੁਇਸਟਿਕਸ। ਜਿਹੜਾ ਸਸਿਊਰ ਸੀ, ਜਿਹਦੇ ਲੈਕਚਰਸ ਨੂੰ ਪੁਸਤਕ ਦਾ ਰੂਪ ਦਿੱਤਾ ਗਿਆ, ਉਹਨੇ ਆਪਣੀ PhD ਦਾ ਕਾਰਜ ਹੈ ਜਿਹੜਾ ਉਹ ਪਾਣਿਨੀ ਤੇ ਕੀਤਾ ਹੋਇਆ ਸੀ। ਜਿਹੜਾ ਪਾਣਿਨੀ ਤੇ ਉਹਨਾਂ ਦਾ PhD ਤੇ ਕੀਤਾ ਹੋਇਆ ਕਾਰਜ ਸੀ, ਉਸ ਨੂੰ ਆਧਾਰ ਬਣਾ ਕੇ ਅਮਰਤਿਆ ਸੇਨ ਨੇ ਆਪਣੀ ਪੁਸਤਕ ਆਰਗੂਮੈਂਟੇਟਿਵ ਇੰਡੀਅਨ ਲਿਖੀ। ਆਰਗੂਮੈਂਟੇਟਿਵ ਇੰਡੀਅਨ ਦੇ ਵਿੱਚ ਅਮਰਤਿਆ ਸੇਨ ਥੀਸਿਸ ਬਿਲਡ ਕਰਦੇ ਹੈ ਕਿ ਜਿਹੜਾ ਸ਼ਬਦ ਨੂੰ, ਗਿਆਨ ਨੂੰ ਜਾਂ ਵਿਚਾਰ ਨੂੰ ਸਮਝਣ ਦੀ ਕਲਾ ਹੈ ਉਹ ਭਾਰਤੀ ਪਰੰਪਰਾ ਦੇ ਵਿੱਚ ਪਈ ਹੋਈ ਸੀ। ਭਾਰਤੀ ਪਰੰਪਰਾ ਦੇ ਵਿੱਚੋਂ ਸ਼ਬਦ ਨੂੰ ਸਮਝਣ ਦੀ ਜਿਹੜੀ ਵਿਧੀ ਹੈ ਉਹ ਫ੍ਰੈਂਚ ਦੇ ਵਿੱਚ ਗਈ, ਤੇ ਉੱਥੇ ਫ੍ਰੈਂਚ ਦੇ ਵਿੱਚ ਜਦੋਂ ਜਿਹਨੂੰ ਅਸੀਂ ਅੱਜ ਸਟਰਕਚਰਲਿਜ਼ਮ ਜਾਂ ਅਸੀਂ ਸਟੱਡੀ ਆਫ ਸਾਈਨ ਕਹਿੰਦੇ ਆ, ਚਿਹਨ ਵਿਗਿਆਨ ਜਾਂ ਸੰਰਚਨਾਵਾਦ ਦੇ ਰੂਪ ਦੇ ਵਿੱਚ ਪੰਜਾਬੀ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਆ, ਉਹਦੇ ਵਿੱਚ ਸ਼ਬਦ ਨੂੰ ਸਾਈਨ ਦਾ ਨਾਂ ਦੇ ਕੇ ਉਹਦੇ ਅੱਗੇ ਦੋ ਪੱਖ ਦਿੱਤੇ ਹੈ, ਸਿਗਨੀਫਾਇਰ ਅਤੇ ਸਿਗਨੀਫਾਈਡ, ਕਿ ਉਹਦੇ ਚ ਇੱਕ ਵਸਤੂ ਹੁੰਦੀ ਹੈ, ਇੱਕ ਉਹਦਾ ਸੰਕਲਪ ਹੁੰਦਾ ਤਾਂ ਉਹ ਸ਼ਬਦ ਬਣਦਾ ਹੈ। ਪਰ ਜਿਹੜੇ ਸਾਡੇ ਧੁਨੀਕਾਰ ਹੈ, ਇਹਨਾਂ ਨੇ ਇਸ ਕਿਸਮ ਦਾ 9ਵੀਂ ਸਦੀ ਦੇ ਵਿੱਚ ਸਿਧਾਂਤ ਦਿੱਤਾ ਸੀ, ਜਿਹਦੇ ਵਿੱਚ ਉਹ ਸ਼ਬਦ ਦੇ ਆਧਾਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੈ ਕਿ ਬੁਨਿਆਦੀ ਤੌਰ ਤੇ ਸ਼ਬਦ ਬਣਦਾ ਕਿਵੇਂ ਹੈ, ਸ਼ਬਦ ਅਰਥਾਂ ਨੂੰ ਸੰਚਾਰਿਤ ਕਿਵੇਂ ਕਰਦਾ ਹੈ। ਇੱਕੋ ਹੀ ਸ਼ਬਦ ਹੈ ਜਿਹੜਾ ਜਦੋਂ ਉਸ ਨੂੰ ਅਸੀਂ ਵਾਕ ਦੇ ਵਿੱਚ ਵਰਤਦੇ ਹਾਂ, ਉਸ ਵਾਕ ਦੇ ਵਿੱਚ ਵਰਤਣ ਤੋਂ ਬਾਅਦ ਉਹਦਾ ਪੂਰੇ ਦੇ ਪੂਰੇ ਡਿਸਕੋਰਸ ਦੇ ਵਿੱਚ, ਬਿਰਤਾਂਤ ਦੇ ਵਿੱਚ ਵਰਤਿਆ ਜਾਣਾ ਉਹਦੇ ਅਰਥਾਂ ਨੂੰ ਬਿਲਕੁਲ ਤਬਦੀਲ ਕਿਵੇਂ ਕਰ ਦਿੰਦਾ ਹੈ। ਇਹ ਸਾਰੀਆਂ ਗੱਲਾਂ ਜਦੋਂ ਅਸੀਂ ਦੇਖਦੇ ਹਾਂ ਤਾਂ ਇਹਨਾਂ ਨੂੰ ਅਸੀਂ ਇਸ ਕਿਸਮ ਨਾਲ ਸਾਹਿਤ ਦੇ ਵਿੱਚ ਹੋਈ ਹੋਈ ਸ਼ਬਦ ਦੀ ਵਰਤੋਂ ਨੂੰ ਸਮਝਣ ਲਈ ਸਾਨੂੰ ਜਿਹੜਾ ਧੁਨੀ ਸਿਧਾਂਤ ਹੈ ਇਹ ਸਾਡੀ ਸਹਾਇਤਾ ਕਰਦਾ ਹੈ। ਜੀ, ਤੇ ਫਿਰ ਸਰ ਜਦੋਂ ਧੁਨੀ ਸਿਧਾਂਤ ਨੂੰ ਪੜ੍ਹ ਰਹੇ ਹੁੰਦੇ ਆ ਤਾਂ ਉਹਦੇ ਚ ਆਪਾਂ ਸ਼ਬਦ ਸ਼ਕਤੀਆਂ ਨੂੰ ਵੀ ਪੜ੍ਹ ਰਹੇ। ਬਿਲਕੁਲ ਬਿਲਕੁਲ। ਤੇ ਤੁਸੀਂ ਸ਼ਬਦ ਸ਼ਕਤੀਆਂ ਬਾਰੇ ਸਾਨੂੰ ਜਾਣਕਾਰੀ ਦਿਓ। ਦੇਖੋ, ਜਿਹੜਾ ਸਾਰੇ ਦਾ ਸਾਰਾ ਸਾਡਾ ਸਾਹਿਤ ਅਧਿਐਨ ਦਾ ਖੇਤਰ ਹੈ, ਸਾਹਿਤ ਸ਼ਾਸਤਰ ਦਾ ਖੇਤਰ ਹੈ, ਉਹ ਸ਼ਬਦ ਨੂੰ ਆਧਾਰ ਬਣਾ ਕੇ ਚੱਲਦਾ ਹੈ। ਜਦੋਂ ਮਤਲਬ ਸਾਡੇ ਕੁਝ ਵਿਦਵਾਨ ਹੈ ਜਿਹੜੇ ਉਹ ਈਵਨ ਦੈਨ ਇਹਦਾ ਭੇਦ ਵੀ ਦੱਸਦੇ ਆ ਸਾਨੂੰ ਧੁਨੀ ਸਿਧਾਂਤ ਦਾ, ਉਹ ਵਸਤੂ ਧੁਨੀ, ਰਸ ਧੁਨੀ, ਅਲੰਕਾਰ ਧੁਨੀ, ਇਹਨਾਂ ਸਾਰਿਆਂ ਨੂੰ ਆਧਾਰ ਬਣਾਉਂਦੇ ਆ। ਇਹਨਾਂ ਸਾਰਿਆਂ ਨੂੰ ਆਧਾਰ ਬਣਾਉਣ ਦਾ ਕਾਰਨ ਕੀ ਹੈ ਕਿ ਸਾਰੇ ਦੇ ਸਾਰੇ ਸ਼ਬਦ ਤੇ ਕੇਂਦਰਿਤ ਹੋ ਕੇ ਚੱਲਦੇ ਆ। ਸ਼ਬਦ ਦਾ ਕਿਸੇ ਵਿਅਕਤੀ ਦੀ ਮਾਨਸਿਕਤਾ ਉੱਪਰ ਪਏ ਹੋਏ ਪ੍ਰਭਾਵ, ਜਿਸ ਰਾਹੀਂ ਉਸ ਵਿਅਕਤੀ ਦੇ ਭਾਵਾਂ ਨੂੰ ਪ੍ਰਭਾਵਿਤ ਹੁੰਦਾ ਦੇਖਦੇ ਆ, ਤਾਂ ਉਸ ਨੂੰ ਅਸੀਂ ਰਸ ਧੁਨੀ ਦੇ ਅੰਤਰਗਤ ਲੈ ਲੈਂਦੇ ਹਾਂ। ਸ਼ਬਦਾਂ ਦੀ ਸੋਹਜ ਪ੍ਰਕਿਰਤੀ, ਜਿਹਦੇ ਰਾਹੀਂ ਰਚਨਾ ਦੀ ਖੂਬਸੂਰਤੀ ਵਿੱਚ ਵਾਧਾ ਹੁੰਦਾ ਹੈ, ਉਸ ਨੂੰ ਅਸੀਂ ਅਲੰਕਾਰ ਧੁਨੀ ਦੇ ਅੰਤਰਗਤ ਰੱਖ ਲੈਂਦੇ ਹਾਂ। ਜਿੱਥੋਂ ਤੱਕ ਗੱਲ ਰਹਿ ਜਾਂਦੀ ਹੈ ਸ਼ਬਦ ਸ਼ਕਤੀ ਦੀ, ਕਿ ਇੱਕ ਸ਼ਬਦ ਇੱਕ ਤੋਂ ਵੱਧ ਅਰਥਾਂ ਦਾ ਸੰਚਾਰ ਕਿਵੇਂ ਕਰਦਾ ਹੈ, ਇਹ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਗੱਲ ਹੈ। ਇਸ ਨੂੰ ਜਿਹੜੇ ਆਨੰਦਵਰਧਨ ਵਿਦਵਾਨ ਹੋਏ ਆ ਸਾਡੇ, ਉਹ ਕਹਿੰਦੇ ਆ ਕਿ ਸ਼ਬਦ ਨੂੰ ਬੁਨਿਆਦੀ ਤੌਰ ਤੇ ਤਿੰਨ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ। ਇੱਕ ਸ਼ਬਦ ਦੇ ਅਵਿਧਾ ਅਰਥ ਹੁੰਦੇ ਆ, ਇੱਕ ਸ਼ਬਦ ਦੇ ਵਿਅੰਜਨਾ ਅਰਥ ਹੁੰਦੇ ਹੈ, ਇੱਕ ਸ਼ਬਦ ਦੇ ਲਕਸ਼ਣਾ ਅਰਥ ਹੁੰਦੇ ਹੈ। ਜਿਹੜੇ ਅਵਿਧਾ, ਲਕਸ਼ਣਾ ਅਤੇ ਵਿਅੰਜਨਾ ਤਿੰਨ ਕਿਸਮ ਦੇ ਸ਼ਬਦ ਦੇ ਅਰਥ ਮੰਨੇ ਜਾਂਦੇ ਹੈ। ਇਹ ਕਿਸੇ ਇੱਕ ਵਿਸ਼ੇਸ਼ ਰਚਨਾ ਵਿੱਚ ਪੇਸ਼ ਹੋਏ ਸ਼ਬਦ ਦੀ ਸ਼ਕਤੀ ਕਹੇ ਜਾਂਦੇ ਹੈ। ਹੁਣ ਜੇ ਆਪਾਂ ਇਹਨਾਂ ਸ਼ਬਦ ਸ਼ਕਤੀਆਂ ਨੂੰ ਸਮਝਦੇ ਹਾਂ ਤਾਂ ਉਹਦੇ ਨਾਲ ਰਚਨਾ ਦਾ ਜਿਹੜਾ ਅਰਥ ਸੰਚਾਰ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਪੇਸ਼ ਹੁੰਦਾ ਹੈ। ਇਸੇ ਕਰਕੇ ਜੇ ਸ਼ਬਦ ਦੀ ਇੰਨੀ ਮਹਿਮਾ ਹੈ ਤਾਂ ਧਵੰਨਿਆਂ ਲੋਕ ਦੇ ਕਰਤਾ ਹੈ ਜਿਹੜੇ ਆਨੰਦਵਰਧਨ, ਉਹ ਕਹਿੰਦੇ ਆ ਕਿ ਜਿਹੜੀ ਧੁਨੀ ਹੈ ਉਹ ਕਾਵਿ ਜਾਂ ਸਾਹਿਤ ਦੀ ਆਤਮਾ ਹੈ, ਕਾਵਿ ਜਾਂ ਸਾਹਿਤ ਦਾ ਅੰਦਰੂਨੀ ਕੇਂਦਰ ਹੈ। ਆਤਮਾ ਤੋਂ ਭਾਵ ਕੀ ਹੁੰਦਾ ਹੈ ਕਿ ਜਿਹੜਾ ਸਭ ਤੋਂ ਕੇਂਦਰ ਬਿੰਦੂ ਹੋਵੇ ਕਿਸੇ ਵਰਤਾਰੇ ਦਾ, ਉਹਨੂੰ ਅਸੀਂ ਆਤਮਾ ਕਹਿੰਦੇ ਆ। ਜਿਵੇਂ ਮਨੁੱਖੀ ਸਰੀਰ ਦੇ ਵਿੱਚ ਆਤਮਾ ਹੁੰਦੀ ਹੈ, ਜੇ ਆਤਮਾ ਨਹੀਂ ਤਾਂ ਅਸੀਂ ਸਰੀਰ ਨੂੰ ਸਰੀਰ ਨਹੀਂ ਕਹਿੰਦੇ, ਅਸੀਂ ਮੰਨਦੇ ਹਾਂ ਕਿ ਉਹ ਮੁਰਦਾ ਸਰੀਰ ਹੋ ਗਿਆ। ਇਸੇ ਤਰੀਕੇ ਨਾਲ ਸਾਹਿਤ ਦੇ ਵਿੱਚ ਉਹ ਕਿਹੜਾ ਕੇਂਦਰੀ ਵਰਤਾਰਾ ਹੋਵੇ ਜਿਸ ਤੋਂ ਬਿਨਾਂ ਸਾਹਿਤ ਦੀ ਹੋਂਦ ਨੂੰ
ਅਸੀਂ ਕਿਆਸ ਹੀ ਨਾ ਕਰ ਸਕੀਏ, ਉਹਨੂੰ ਅਸੀਂ ਸਹਿਤ ਦੀ ਆਤਮਾ ਕਹਿੰਦੇ ਆ। ਧਵੰਨਿਆ ਲੋਕ ਦੇ ਕਰਤਾ ਜਿਹੜੇ ਆਨੰਦਵਰਧਨ, ਉਹ ਕਹਿੰਦੇ ਜਿਹੜੀ ਧੁਨੀ ਸਿਧਾਂਤ ਹੈ ਆਪਣੀ ਸ਼ਬਦ ਸ਼ਕਤੀ ਦੇ ਕਾਰਨ ਹੀ ਇਹ ਸਹਿਤ ਦੀ ਆਤਮਾ ਕਿਹਾ ਜਾਂਦਾ ਹੈ, ਕਿਉਂਕਿ ਬੁਨਿਆਦੀ ਤੌਰ ਤੇ ਸਾਰੇ ਦਾ ਸਾਰਾ ਸਹਿਤ ਹੈ ਜਿਹੜਾ ਉਹ ਵਿਚਾਰ ਨੂੰ, ਖੂਬਸੂਰਤੀ ਨੂੰ ਜਾਂ ਸੰਚਾਰ ਨੂੰ ਆਧਾਰ ਬਣਾ ਕੇ ਸ਼ਬਦ ਦੀ ਵਰਤੋਂ ਕਰਦਾ ਹੈ ਜੀ। ਫਿਰ ਆਪਾਂ ਇਹ ਕਹਿ ਸਕਦੇ ਹਾਂ ਜੀ, ਜਿਹੜੀਆਂ ਸ਼ਬਦ ਸ਼ਕਤੀਆਂ, ਅਬਦਾ, ਲਕਸ਼ਣਾ ਤੇ ਵਿਅੰਜਨਾ, ਤਿੰਨਾਂ, ਤੇ ਸਰ ਸਾਨੂੰ ਇਹਨਾਂ ਤਿੰਨਾਂ ਦੇ ਬਾਰੇ ਇੱਕ ਇੱਕ ਕਰਕੇ ਜਾਣਕਾਰੀ ਦਿਓ। ਤੇ ਸਭ ਤੋਂ ਪਹਿਲਾਂ ਸਾਨੂੰ ਅਬਦਾ ਬਾਰੇ ਜਾਣਕਾਰੀ। ਦੇਖੋ, ਜਿਹੜੀ ਅਬਦਾ ਸ਼ਬਦ ਸ਼ਕਤੀ ਹੁੰਦੀ ਹੈ, ਇਹ ਕਿਸੇ ਸ਼ਬਦ ਦੇ ਡਿਕਸ਼ਨਰੀ ਅਰਥ ਜਿਹੜੇ ਹੁੰਦੇ ਆ ਉਹਨੂੰ ਅਸੀਂ ਅਬਦਾ ਸ਼ਬਦ ਸ਼ਕਤੀ ਕਹਿੰਦੇ ਆ। ਕੋਸ਼ਗਤ ਅਰਥ ਹੁੰਦੇ ਆ। ਜਦੋਂ ਅਸੀਂ ਉਦਾਹਰਨ ਦੇ ਤੌਰ ਤੇ ਗੱਲ ਕਰੀਏ, ਅਸੀਂ ਕਹੀਏ ਸ਼ੇਰ, ਸ਼ੇਰ ਦੇ ਜਿਹੜੇ ਕੋਸ਼ਗਤ ਅਰਥ ਡਿਕਸ਼ਨਰੀ ਦੇ ਵਿੱਚ ਪਏ ਹੋਏ ਹੈ ਕਿ ਇੱਕ ਬਿੱਲੀ ਜਾਤੀ ਦਾ ਮਾਸਾਹਾਰੀ ਜੰਗਲ ਵਿੱਚ ਰਹਿਣ ਵਾਲਾ ਜਾਨਵਰ, ਉਹਨੂੰ ਸ਼ੇਰ ਕਹਿੰਦੇ ਆ। ਗਾਂ ਇੱਕ ਪਸ਼ੂ ਦੇਣ ਵਾਲਾ ਦੁਧਾਰੂ ਜਾਨਵਰ ਜਿਹੜਾ ਆਮ ਤੌਰ ਤੇ ਪਾਲਤੂ ਰੱਖਿਆ ਜਾਂਦਾ, ਇਹ ਡਿਕਸ਼ਨਰੀ ਅਰਥ ਹੈ। ਖੋਤਾ ਇੱਕ ਘੋੜੇ ਦੀ ਨਸਲ ਦਾ ਜਾਨਵਰ ਜਿਹੜਾ ਆਮ ਤੌਰ ਤੇ ਢੋਆ ਢੁਆਈ ਲਈ ਪੁਰਾਣੇ ਸਮੇਂ ਤੋਂ ਵਰਤਿਆ ਜਾਂਦਾ ਹੈ। ਇਹ ਕਿਸੇ ਵੀ ਮਤਲਬ ਸ਼ਬਦ ਦੇ ਕੋਸ਼ਗਤ ਜਾਂ ਡਿਕਸ਼ਨਰੀ ਜਾਂ ਮੁੱਢਲੇ ਪੱਧਰ ਦੇ ਅਰਥ ਹੈ ਜੀ। ਇਸ ਕਰਕੇ ਇਹਨਾਂ ਅਰਥਾਂ ਨੂੰ ਅਸੀਂ ਅਬਦਾ ਪੱਧਰ ਦੇ ਅਰਥ ਆਖਦੇ ਹਾਂ। ਜਿਹੜੇ ਸਾਡੇ ਸਿਧਾਂਤਕਾਰ ਹੈ ਉਹ ਇਹ ਕਹਿੰਦੇ ਆ ਕਿ ਜਦੋਂ ਸਾਹਿਤ ਦੀ ਸਿਰਜਣਾ ਹੁੰਦੀ ਹੈ ਤਾਂ ਉੱਥੇ ਜਦੋਂ ਸ਼ਬਦ ਆਪਣੇ ਪਹਿਲੇ ਅਰਥਾਂ ਨੂੰ ਛੱਡ ਕੇ ਉਸ ਤੋਂ ਅਗਲੇ ਅਰਥਾਂ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਸਮੇਂ ਸ਼ਬਦ ਦੀ ਸ਼ਕਤੀ ਹੈ ਜਿਹੜੀ ਸਧਾਰਨ ਸ਼ਬਦਾਂ ਦੇ ਅਰਥਾਂ ਨੂੰ ਪਹਿਲੀ ਪੜਤ ਤੋਂ ਅੱਗੇ ਲੈ ਜਾਂਦੀ ਹੈ। ਉਦਾਹਰਨ ਵਜੋਂ ਕਵਿਤਾ ਦੇ ਵਿੱਚ, ਲੋਕ ਸਾਹਿਤ ਦੇ ਵਿੱਚ ਇਸ ਕਿਸਮ ਦੀਆਂ ਸਾਨੂੰ ਬਹੁਤ ਸਾਰੀਆਂ ਐਗਜ਼ਾਮਪਲ ਮਿਲ ਜਾਂਦੀਆਂ। ਚਾਬੀ ਲੈ ਗਿਆ ਦਿਲਾਂ ਦਾ ਜਾਨੀ, ਜਿੰਦਰਾ ਜੰਗਾਲ ਖਾ ਗਿਆ। ਇੱਥੇ ਜਿੰਦਰਾ, ਚਾਬੀ, ਦਿਲਾਂ ਦਾ ਜਾਨੀ, ਇਹ ਸਾਰੇ ਸਹਿਜ ਅਰਥ ਨਹੀਂ ਹੈ, ਡਿਕਸ਼ਨਰੀ ਅਰਥ ਨਹੀਂ ਹੈ। ਜੇ ਅਸੀਂ ਡਿਕਸ਼ਨਰੀ ਅਰਥਾਂ ਰਾਹੀਂ ਇਸ ਵਰਤਾਰੇ ਨੂੰ, ਇਸ ਪੰਕਤੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਨਹੀਂ ਸਮਝ ਸਕਦੇ, ਸਾਨੂੰ ਸਧਾਰਨ ਅਰਥ ਤੋਂ ਅੱਗੇ ਜਾਣਾ ਪਊਗਾ। ਇਸੇ ਤਰੀਕੇ ਨਾਲ ਇੱਕ ਹੋਰ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਹੁਣੀ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਉਦਾਹਰਨ ਦਿੰਦੇ ਆ ਕਿ ਸੱਦਾ ਦੇਗੀ ਝਾਂਜਰਾਂ ਵਾਲੀ, ਭੋਗ ਪੈਣਾ ਖੰਡ ਪਾਠ ਦਾ। ਉਹਦੇ ਵਿੱਚ ਕੀ ਹੈ ਕਿ ਸੱਦਾ ਦੇਣਾ, ਸੱਦੇ ਦੇਣ ਦੇ ਨਾਲ ਜਿਹੜਾ ਵਿਸ਼ੇਸ਼ ਕਿਸਮ ਦਾ ਕਿਸੇ ਸ਼ਬਦ ਤੇ ਬਲ ਦੇਣਾ, ਉਸ ਸ਼ਬਦ ਦੇ ਅਰਥਾਂ ਦੀ ਸੰਚਾਰ ਵਿਧੀ ਨੂੰ ਬਿਲਕੁਲ ਤਬਦੀਲ ਕਰ ਦਿੰਦਾ। ਇਸ ਲਈ ਜਦੋਂ ਅਸੀਂ ਕਿਸੇ ਸ਼ਬਦ ਦੇ ਸਹਿਜ ਅਰਥ ਤੋਂ ਅੱਗੇ ਜਾ ਕੇ ਕੋਈ ਗੱਲ ਕਰਦੇ ਆ ਤਾਂ ਉਸ ਸਮੇਂ ਸਾਹਿਤ ਦੀ ਸਿਰਜਣਾ ਹੁੰਦੀ ਹੈ। ਤੇ ਅਬਦਾ ਪੱਧਰ ਤੇ ਜਿਹੜੇ ਸਾਡੇ ਕੋਸ਼ਗਤ ਅਰਥ ਹੁੰਦੇ ਆ, ਜੇ ਕਿਸੇ ਰਚਨਾ ਦੇ ਵਿੱਚ ਕੋਸ਼ਗਤ ਅਰਥਾਂ ਨੂੰ ਹੀ ਅਸੀਂ ਲੈ ਕੇ ਰਚਨਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਅਸੀਂ ਰਚਨਾ ਦੇ ਮੂਲ ਭਾਵ ਨੂੰ ਸਮਝ ਨਹੀਂ ਸਕਦੇ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਹੈ ਕਿ ਸਾਡੇ ਕੋਲ ਜਿਹੜੇ ਟੀਕੇ ਹੁੰਦੇ ਆ ਜਾਂ ਜਦੋਂ ਅਸੀਂ ਸਾਹਿਤ ਨੂੰ ਸਮਝਦੇ ਆ ਤਾਂ ਜਿਹੜੀ ਡਿਕਸ਼ਨਰੀ ਹੈ ਉਹ ਸਾਨੂੰ ਉਹਦੇ ਮੂਲ ਅਰਥ ਬਾਰੇ ਦੱਸਣ ਦੀ ਤਾਂ ਕੋਸ਼ਿਸ਼ ਕਰਦੀ ਹੈ, ਪਰ ਉਸ ਤੋਂ ਅਗਲੇ ਅਰਥ ਹੈ ਜਿਹੜੇ ਲਖਨਾਇਕ ਅਰਥ ਹੈ ਉਹ ਉਸ ਤੋਂ ਅਗਲੇ ਪੜਾਅ ਤੇ ਆਉਂਦੇ ਆ। ਹੁਣ ਅਸੀਂ ਗੱਲ ਕਰਦੇ ਹਾਂ ਦੂਜੇ ਪੜਾਅ ਤੇ ਲੱਖਣਾਂ ਦੀ। ਸਭ ਤੋਂ ਪਹਿਲਾਂ ਇਹਨਾਂ ਸ਼ਬਦਾਂ ਦੇ ਸਹਿਜ ਅਰਥ ਨੂੰ ਸਮਝਣ ਦੀ ਜ਼ਰੂਰਤ ਹੈ। ਲੱਖਣਾ ਸ਼ਬਦ ਕੋਈ ਬਹੁਤ ਵੱਡਾ ਪਰਿਭਾਸ਼ਿਕ ਜਾਂ ਗੁੰਝਲਦਾਰ ਸ਼ਬਦ ਨਹੀਂ ਹੈ ਜਿਹਨੂੰ ਸਮਝਣ ਵਾਸਤੇ ਸਾਨੂੰ ਬਹੁਤ ਡਿਕਸ਼ਨਰੀਆਂ ਫਰੋਲਣੀਆਂ ਪੈਣ। ਮਾਲਵੇ ਦੇ ਵਿੱਚ ਆਮ ਤੌਰ ਤੇ ਇਸਤਰੀਆਂ ਇਸ ਸ਼ਬਦ ਦੀ ਵਰਤੋਂ ਕਰਦੀਆਂ ਕਿ ਜਦੋਂ ਫਲਾਨੀ ਇਸਤਰੀ ਦੂਸਰੀ ਕੋਲੇ ਖੜੀ ਸੀ ਤਾਂ ਮੈਂ ਲੱਖਣਾ ਲਾਈ ਕਿ ਉਹ ਜਿਵੇਂ ਸਾਡੇ ਬਾਰੇ ਗੱਲ ਕਰ ਰਹੀ ਹੁੰਦੀ ਹੈ। ਕਹਿਣ ਤੋਂ ਮਤਲਬ ਇਹ ਹੈ ਕਿ ਜਦੋਂ ਕਿਸੇ ਵਿਸ਼ੇਸ਼ ਸ਼ਬਦ ਦੇ ਅਰਥ ਨੂੰ, ਭਾਵ ਨੂੰ ਜਾਣਨ ਵਾਸਤੇ ਤੁਸੀਂ ਆਪਣੇ ਬੋਧ ਦਾ ਇਸਤੇਮਾਲ ਕਰੋ, ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਉਸ ਕਹੇ ਦਾ ਕੀ ਅਰਥ ਹੈ, ਉਸ ਸਮੇਂ ਅਸੀਂ ਲੱਖਣਾ ਸ਼ਬਦ ਸ਼ਕਤੀ ਕਹਿੰਦੇ ਆ। ਜੇ ਹੋਰ ਸਹਿਜ ਰੂਪ ਦੇ ਵਿੱਚ ਇਸ ਨੂੰ ਅਸੀਂ ਸਮਝਣਾ ਹੋਵੇ ਤਾਂ ਉਹ ਇਹ ਹੈ ਕਿ ਜਦੋਂ ਕੋਈ ਸ਼ਬਦ ਆਪਣੇ ਸਧਾਰਨ ਅਰਥਾਂ ਨੂੰ ਛੱਡ ਕੇ ਉਸ ਤੋਂ ਅਗਲੇ ਅਰਥਾਂ ਤੱਕ ਜਾਂਦਾ ਹੈ ਤਾਂ ਉਸ ਨੂੰ ਅਸੀਂ ਕਿਸੇ ਦੇ ਲਖਨਾਇਕ ਅਰਥ ਕਹਿੰਦੇ ਆ। ਜਿਵੇਂ ਮੈਂ ਕੁਝ ਜਾਨਵਰਾਂ ਦੇ ਪਹਿਲਾਂ ਨਾਂ ਲਏ ਸੀ, ਹੁਣ ਉਹਨਾਂ ਦੇ ਨਾਂ ਲੈ ਕੇ ਮੈਂ ਆਪਣੀ ਗੱਲ ਫੇਰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਅਸੀਂ ਇਹ ਕਹਿੰਦੇ ਆ ਕਿ ਦਾਰਾ ਸਿੰਘ ਪੰਜਾਬ ਦਾ ਸ਼ੇਰ ਪੁੱਤਰ ਹੈ। ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ। ਇੱਥੇ ਕੀ ਹੈ ਕਿ ਜੇ ਅਸੀਂ ਡਿਕਸ਼ਨਰੀ ਦੇ ਵਿੱਚ ਦੇਖਾਂਗੇ ਤਾਂ ਇੱਥੇ ਦਾਰਾ ਸਿੰਘ ਅਬਦਾ ਸ਼ਬਦ ਸ਼ਕਤੀ ਵਾਂਗੂ 4 ਪੈਰ ਵਾਲਾ ਮਾਸਾਹਾਰੀ ਜਾਨਵਰ ਨਹੀਂ ਹੈ, ਬਲਕਿ ਅਸੀਂ ਉਸ ਵਿਸ਼ੇਸ਼ ਅਰਥ ਦੇ ਭਾਵ ਅਰਥ ਨੂੰ ਲਿਆ।
ਉਹ ਭਾਵ ਅਰਥ ਨੂੰ ਲੈ ਕੇ ਅਸੀਂ ਉਸ ਦੀ ਵਿਸ਼ੇਸ਼ਤਾ ਜਿਹੜੀ ਉਹ ਦਾਰਾ ਸਿੰਘ ਦੀ ਵਿਸ਼ੇਸ਼ਤਾ ਦੇ ਨਾਲ ਜੋੜੀ ਹੈ। ਦੋਨਾਂ ਦੀ ਵਿਸ਼ੇਸ਼ਤਾ ਨਾਲ ਜਿਹੜਾ ਅਰਥ ਸੰਚਾਰ ਹੁੰਦਾ ਹੈ, ਉਹ ਅਰਥ ਸੰਚਾਰ ਅਸੀਂ ਕਿਵੇਂ ਕਰਨਾ ਹੈ? ਆਪਣੇ ਲੱਖਣਾਂ ਨਾਲ, ਅੰਦਾਜ਼ੇ ਨਾਲ, ਆਪਣੇ ਮਾਨਸਿਕ ਵਿਉਤਪਤੀ ਨਾਲ, ਆਪਣੀ ਸਮਝ ਦੀ ਸਮਰੱਥਾ ਨਾਲ। ਇਹੀ ਜਿਹੜਾ ਸਾਰਾ ਕੁਝ ਹੈ, ਇਹ ਸਾਨੂੰ ਸਾਹਿਤ ਨੂੰ ਸਮਝਣ ਦੀ ਪ੍ਰੇਰਨਾ ਦਿੰਦਾ ਹੈ, ਜਾਂ ਇਸੇ ਆਧਾਰ ਤੇ ਅਸੀਂ ਸਾਹਿਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਸਾਰੇ ਵਿਦਿਆਰਥੀ BA ਦੇ ਵਿੱਚ ਪੜ੍ਹਦੇ ਹੋ, ਉੱਥੇ ਆਮ ਤੌਰ ਤੇ ਲਿਖਿਆ ਹੁੰਦਾ ਹੈ ਕਿ ਕਿਸੇ ਰਚਨਾ ਦੀ ਸਰਲ ਅਰਥੀ ਵਿਆਖਿਆ ਕਰੋ। ਸਰਲ ਅਰਥੀ ਵਿਆਖਿਆ ਜਦੋਂ ਤੁਸੀਂ ਕਰਦੇ ਹੋ, ਉੱਥੇ ਤੁਸੀਂ ਅਬਦਾ ਪੱਧਰ ਦੇ ਅਰਥਾਂ ਦੀ ਵਿਆਖਿਆ ਕਰ ਰਹੇ ਹੁੰਦੇ ਹੋ। ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਸ ਰਚਨਾ ਦੀ ਆਲੋਚਨਾਤਮਕ ਵਿਆਖਿਆ ਕਰੋ। ਜਦੋਂ ਤੁਸੀਂ ਆਲੋਚਨਾਤਮਕ ਵਿਆਖਿਆ ਕਰਦੇ ਹੋ ਤਾਂ ਤੁਹਾਡੇ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਸ਼ਾਸਤਰੀ ਮਰਿਆਦਾ ਅਨੁਸਾਰ ਆਲੋਚਨਾ ਦੇ ਕਿਸੇ ਨਾ ਕਿਸੇ ਵਿਧਾਨ ਨੂੰ ਵਰਤ ਕੇ, ਜਿਵੇਂ ਲੱਖਣਾ ਵਿਧਾਨ ਵਰਤਿਆ ਜਾਂਦਾ ਹੈ, ਉਹਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਸਾਹਿਤ ਦਾ ਬੁਨਿਆਦੀ ਆਧਾਰ ਕੀ ਹੈ, ਉਸ ਗੱਲ ਕਹਿਣ ਦੇ ਪਿੱਛੇ ਅੰਦਾਜ਼ ਕੀ ਹੈ। ਉਹ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਦੇ ਨਾਲ ਰਚਨਾ ਦੇ ਅਰਥ ਹੈ ਜਿਹੜੇ ਸਪਸ਼ਟ ਹੁੰਦੇ ਆ। ਇਸੇ ਤਰੀਕੇ ਨਾਲ ਸਾਡੇ ਕੋਲੇ ਬਹੁਤ ਸਾਰੀਆਂ ਰਚਨਾਵਾਂ ਮਤਲਬ ਮਿਲਦੀਆਂ, ਜਿਵੇਂ ਇੱਕ ਸਾਡੇ ਕਵੀ ਦੀ ਰਚਨਾ ਹੈ ਕਿ ਅਥਰੂ ਟੈਸਟ ਟਿਊਬ ਚ ਪਾ ਕੇ ਪਰਖਾਂਗੇ, ਰਾਤੀ ਤੂੰ ਕਿਸ ਮਹਿਬੂਬ ਦਾ ਰੋਇਆ ਸੀ। ਜਿਹੜੀਆਂ ਇਸ ਕਿਸਮ ਦੀਆਂ ਪੰਕਤੀਆਂ ਸਹਿਜ ਰੂਪ ਦੇ ਵਿੱਚ, ਇਹਨਾਂ ਦਾ ਜੇ ਸਹਿਜ ਅਰਥ ਕਰੋਗੇ ਤਾਂ ਤੁਹਾਨੂੰ ਇਹ ਰਚਨਾ ਸਾਹਿਤ ਨਹੀਂ ਲੱਗੂਗੀ। ਜਦੋਂ ਤੁਸੀਂ ਸਧਾਰਨ ਅਰਥਾਂ ਤੋਂ ਅੱਗੇ ਲੈ ਕੇ ਜਾਓਗੇ, ਉਦੋਂ ਇਹ ਰਚਨਾ ਤੁਹਾਨੂੰ ਲੱਗੂਗੀ ਕਿ ਆਪਣੇ ਲਖਨਾਇਕ ਅਰਥ ਹੈ, ਜਿਹੜੇ ਲੱਖਣਾਂ ਵਾਲੇ ਅਰਥ ਹੈ, ਦੂਜੇ ਦਰਜੇ ਦੇ ਅਰਥ ਹੈ, ਉਹਨਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤਰੀਕੇ ਨਾਲ ਕੁਝ ਕਵਿਤਾਵਾਂ ਸਾਡੇ ਕੋਲੇ ਹੋਰ ਬਹੁਤ ਸਾਰੀਆਂ ਮਿਲ ਜਾਂਦੀਆਂ, ਜਿਨ੍ਹਾਂ ਨੂੰ ਜਦੋਂ ਅਸੀਂ ਸਹਿਜ ਰੂਪ ਦੇ ਵਿੱਚ ਕਿਸੇ ਵਿਖਿਆਨ ਦੇ ਅੰਤਰਗਤ ਪਾਉਣੇ ਆ ਤਾਂ ਉਹਦੇ ਅਰਥ ਸਪਸ਼ਟ ਨਹੀਂ ਹੁੰਦੇ। ਇਸ ਕਰਕੇ ਸਾਹਿਤ ਨੂੰ ਸਮਝਣ ਸਮੇਂ ਸਾਨੂੰ ਜਿਹੜੀ ਇਹ ਧਵਨੀ ਸਿਧਾਂਤ ਹੈ, ਇਹ ਇੱਥੇ ਸਾਡੀ ਸਹਾਇਤਾ ਕਰਦਾ ਹੈ ਕਿ ਜਿਹੜੇ ਡਿਕਸ਼ਨਰੀ ਅਰਥ ਹੈ ਉਹ ਮੁੱਢਲੇ ਤੌਰ ਤੇ ਸਾਨੂੰ ਸ਼ਬਦ ਅਰਥ ਜਾਂ ਵਿਆਖਿਆ ਤੱਕ ਰੱਖਦੇ ਆ। ਜਦੋਂ ਅਸੀਂ ਉਸ ਰਚਨਾ ਦੇ ਅਰਥਾਂ ਨੂੰ ਸਪਸ਼ਟ ਰੂਪ ਦੇ ਵਿੱਚ ਲੇਖਕ ਨੇ ਕੀ ਕਹਿਣਾ ਚਾਹਿਆ, ਉਸ ਨੂੰ ਸਮਝਣ ਵਾਸਤੇ ਆਪਣੇ ਬੋਧ ਦਾ, ਵਿਵੇਕ ਦਾ, ਆਪਣੀ ਚੇਤਨਾ ਦਾ ਇਸਤੇਮਾਲ ਕਰਕੇ ਅਰਥਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਉੱਥੇ ਲੱਖਣਾ ਸ਼ਬਦ ਸ਼ਕਤੀ ਆਉਂਦੀ ਹੈ। ਸਾਡੇ ਆਮ ਭਾਈਚਾਰੇ ਦੇ ਵਿੱਚ, ਸਹਿਚਾਰ ਦੇ ਵਿੱਚ ਤੁਹਾਡੇ ਕੋਲੇ ਕੋਈ ਵਿਅਕਤੀ ਆਉਂਦਾ ਹੈ, ਤੁਹਾਨੂੰ ਉਹ ਸਤਿ ਸ਼੍ਰੀ ਅਕਾਲ ਕਹਿੰਦਾ ਹੈ, ਜੇ ਤੁਸੀਂ ਇਸ ਨੂੰ ਅਬਦਾ ਪੱਧਰ ਤੇ ਲਾਓਗੇ ਤਾਂ ਇਹਦਾ ਅਰਥ ਇਹ ਹੋਇਆ ਕਿ ਉਸ ਵਿਅਕਤੀ ਨੇ ਪੰਜਾਬੀ ਭਾਈਚਾਰੇ ਦੀ ਪਰੰਪਰਾ ਅਨੁਸਾਰ ਤੁਹਾਨੂੰ ਜੀ ਆਇਆਂ ਕਿਹਾ। ਜਦੋਂ ਕੋਈ ਵਿਅਕਤੀ ਤੁਹਾਡੇ ਨਾਲ ਝਗੜਾ ਕਰਦਾ ਹੈ, ਤੁਹਾਨੂੰ ਕਹਿੰਦਾ ਹੈ ਕਿ ਡਾਕਟਰ ਗਿੰਦਰ ਸਿੰਘ ਅੱਜ ਤੋਂ ਬਾਅਦ ਮੇਰੀ ਤੁਹਾਨੂੰ ਸਤਿ ਸ਼੍ਰੀ ਅਕਾਲ, ਇੱਥੇ ਉਸੇ ਸ਼ਬਦ ਦੇ ਸਤਿ ਸ਼੍ਰੀ ਅਕਾਲ ਦੇ ਉਹ ਅਰਥ ਨਹੀਂ ਹੈ ਜਿਹੜੇ ਪਹਿਲੇ ਸੀ। ਇਹ ਲੱਛਣਾਰਥ ਹੈ, ਇਹ ਲੱਛਣਾਰਥ ਹੈ, ਇੱਥੇ ਦੂਸਰੇ ਕਿਸਮ ਦੇ ਅਰਥ ਹੈ। ਇਸੇ ਤਰੀਕੇ ਨਾਲ ਹੁਣ ਅਸੀਂ ਗੱਲ ਕਰੀਏ ਤੀਸਰੀ ਸ਼ਬਦ ਸ਼ਕਤੀ ਵਿਅੰਜਨਾ ਵਾਲੀ ਦੀ। ਵਿਅੰਜਨਾ ਸ਼ਬਦ ਦਾ ਬੁਨਿਆਦੀ ਅਰਥ ਵਿਅੰਗ ਤੋਂ ਲਿਆ ਜਾਂਦਾ ਹੈ। ਜਦੋਂ ਕਹੀ ਗਈ ਗੱਲ ਦੇ ਵਿੱਚ ਸਧਾਰਨ ਤੋਂ ਹਟ ਕੇ ਵਿਅੰਗ ਹੋਵੇ, ਉਸ ਨੂੰ ਅਸੀਂ ਇਹ ਕਹਿੰਦੇ ਆ ਕਿ ਉਹ ਵਿਅੰਜਨਾ ਸ਼ਬਦ ਸ਼ਕਤੀ ਆ ਜਾਂਦੀ ਹੈ। ਫਿਰ ਮੈਂ ਪਹਿਲੀ ਉਦਾਹਰਨ ਨੂੰ ਆਧਾਰ ਬਣਾ ਕੇ ਗੱਲ ਕਰਦਾ, ਜਿਹੜੀ ਮੈਂ ਸ਼ੇਰ ਵਾਲੀ ਦਿੱਤੀ ਸੀ। ਪਹਿਲੇ ਪੱਧਰ ਤੇ ਮੈਂ ਕਿਹਾ ਸੀ ਅਬਦਾ ਦੇ ਵਿੱਚ ਉਹ ਮਾਸਾਹਾਰੀ ਜਾਨਵਰ ਹੈ। ਦੂਸਰੀ, ਜਦੋਂ ਦਾਰਾ ਸਿੰਘ ਨੂੰ ਅਸੀਂ ਸ਼ੇਰ ਕਹਿੰਦੇ ਆ, ਉਦੋਂ ਅਸੀਂ ਇਹ ਕਿਹਾ ਸੀ ਕਿ ਇੱਕ ਵਿਸ਼ੇਸ਼ ਜਾਨਵਰ ਦੀ ਬਹਾਦਰੀ ਤੇ ਤਾਕਤ ਦੇ ਗੁਣਾਂ ਨੂੰ ਇੱਕ ਵਿਅਕਤੀ ਦੀ ਬਹਾਦਰੀ ਅਤੇ ਤਾਕਤ ਦੇ ਗੁਣਾਂ ਨਾਲ ਅਸੀਂ ਤੁਲਨਾ ਕੀਤੀ ਹੈ। ਜੇ ਅੱਜ ਦੇ ਦੌਰ ਦੇ ਵਿੱਚ ਮੈਂ ਗੱਲ ਕਰਾਂ, ਕੋਈ ਵਿਅਕਤੀ ਬੱਸ ਸਟੈਂਡ ਤੇ ਖੜਾ ਹੋਇਆ, ਉਸ ਦੇ ਲਿਬੜੇ ਹੋਏ ਕੱਪੜੇ ਪਾਏ ਹੋਏ ਆ, ਚਿੱਟਾ ਪੀਂਦਾ ਹੈ ਉਹ ਅੱਜ ਦੇ ਮਾਹੌਲ ਅਨੁਸਾਰ, ਹੱਡੀਆਂ ਉਹਦੀਆਂ ਸੁੱਕੀਆਂ ਪਈਆਂ, ਤੁਸੀਂ ਜਾ ਕੇ ਉਸ ਨੂੰ ਕਹੋ ਕਿ ਇਹ ਪੰਜਾਬ ਦਾ ਸ਼ੇਰ ਪੁੱਤਰ ਹੈ, ਉੱਥੇ ਉਹੀ ਸ਼ੇਰ ਸ਼ਬਦ ਹੈ ਜਿਹੜਾ ਉਹ ਵਿਅੰਗ ਅਰਥਾਂ ਦੇ ਰੂਪ ਦੇ ਵਿੱਚ ਆਊਗਾ। ਇੱਥੇ ਉਹ ਤਾਕਤ ਵਾਲੇ ਅਰਥਾਂ ਦੇ ਵਿੱਚ ਨਹੀਂ ਆਊਗਾ, ਇੱਥੇ ਉਹ ਵਿਅੰਗ ਵਾਲੇ ਅਰਥਾਂ ਦੇ ਵਿੱਚ ਆਊਗਾ। ਇਸੇ ਕਰਕੇ ਜਿਹੜੀ ਸਾਡੀ ਸ਼ਬਦ ਦੀ ਸਮਝਣ ਦੀ ਪ੍ਰਕਿਰਿਆ ਹੈ, ਸ਼ਬਦ ਰਚਨਾ ਦੇ ਵਿੱਚ ਪੇਸ਼ ਕਰਨ ਦੀ ਪ੍ਰਕਿਰਿਆ ਹੈ, ਜਦੋਂ ਅਸੀਂ ਉਸ ਨੂੰ ਇਸ ਰੂਪ ਦੇ ਵਿੱਚ ਦੇਖਦੇ ਹਾਂ ਕਿ ਉਹ ਆਪਣੇ ਸਧਾਰਨ ਅਰਥਾਂ ਨੂੰ ਛੱਡ ਕੇ ਉਸ ਦੇ ਅਗਲੇ ਅਰਥਾਂ ਤੱਕ ਜਾਂਦਾ ਹੈ, ਤਾਂ ਉਹਨਾਂ ਅਰਥਾਂ ਦੀ ਪ੍ਰਕਿਰਿਆ ਨੂੰ, ਉਹਨਾਂ ਅਰਥਾਂ ਦੇ ਪਿੱਛੇ ਪਏ ਸੱਭਿਆਚਾਰ ਨੂੰ, ਉਹਨਾਂ ਅਰਥਾਂ ਦੇ ਪਿੱਛੇ ਪਏ ਬੁਨਿਆਦ ਨੂੰ ਜੇ ਅਸੀਂ ਨਹੀਂ ਸਮਝਦੇ ਤਾਂ ਅਸੀਂ ਸ਼ਬਦ ਦੇ ਤਹਿ ਵਿੱਚ ਪਏ ਹੋਏ ਅਰਥਾਂ ਨੂੰ ਜਾਣਨ ਤੋਂ ਅਸਮਰੱਥ ਰਹਿ ਜਾਂਦੇ ਹਾਂ। ਇਹਦੀ ਮਹੱਤਤਾ ਉਸ ਸਮੇਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਅਸੀਂ ਦੂਸਰੀਆਂ ਭਾਸ਼ਾਵਾਂ ਦੇ ਸੰਪਰਕ ਵਿੱਚ ਆ ਕੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ
ਅੰਗਰੇਜ਼ੀ ਦੇ ਵਿੱਚ ਨਾਵਲ ਹੈ, ਉਸ ਦਾ ਟਾਈਟਲ ਹੈ ਜਿਹੜਾ ਉਹ ਇਹ ਹੈ ਕਿ ਹਾਊ ਦਾ ਸਟੀਲ ਵਾਸ ਟੈਂਪਰਡ। ਇਹਦਾ ਜਿਹੜਾ ਪੰਜਾਬੀ ਦੇ ਵਿੱਚ ਉਲੱਥਾ ਕੀਤਾ ਗਿਆ ਹੈ ਉਹ ਲਿਖਿਆ ਗਿਆ ਕਬੂਰ ਛਾੜਿਓ ਖੇਤ। ਉਸ ਦੇ ਸ਼ਾਬਦਿਕ ਅਰਥਾਂ ਨੂੰ ਸ਼ਾਬਦਿਕ ਅਰਥਾਂ ਦੇ ਰੂਪ ਦੇ ਵਿੱਚ ਇਹ ਮਸ਼ੀਨ ਟਰਾਂਸਲੇਸ਼ਨ ਨਾਲ ਨਹੀਂ ਹੋ ਸਕਦਾ। ਜਿੱਥੇ ਅਸੀਂ ਸੀਮਾਵਾਂ ਕਹਿੰਦੇ ਆ ਸਾਹਿਤ ਦੀਆਂ, ਸਾਹਿਤ ਦੇ ਤਰਜਮੇ ਦੀਆਂ, ਸ਼ਬਦ ਦੀ ਸਮਝ ਦੀਆਂ, ਉਹ ਸਾਨੂੰ ਜਿੰਨਾ ਚਿਰ ਸ਼ਾਸਤਰੀ ਮਰਿਆਦਾ ਸਾਹਿਤ ਨੂੰ, ਸ਼ਬਦ ਨੂੰ ਸਮਝਣ ਦੀ ਨਹੀਂ ਪਤਾ ਲੱਗਦੀ, ਉਹਨਾਂ ਚਿਰ ਅਸੀਂ ਨਹੀਂ ਕਰ ਸਕਦੇ। ਅੰਗਰੇਜ਼ੀ ਦਾ ਇੱਕ ਨਾਵਲ ਹੈ ਵੂਮਨ ਇਨ ਵਾਈਟ। ਸਾਡੇ ਇੱਕ ਬਹੁਤ ਹੀ ਵੱਡੇ ਵਿਭਾਗ ਨੇ ਉਹਦਾ ਤਰਜਮਾ ਕੀਤਾ ਚਿੱਟੇ ਕੱਪੜਿਆਂ ਵਾਲੀ ਕੁੜੀ। ਉਹ ਜਿਹੜਾ ਨਾਵਲ ਹੈ ਉਹ ਯੂਰਪੀਅਨ ਸੱਭਿਆਚਾਰ ਦੇ ਵਿੱਚ ਲਿਖਿਆ ਹੋਇਆ ਨਾਵਲ ਹੈ। ਉੱਥੇ ਜਿਹੜੀ ਵੂਮਨ ਇਨ ਵਾਈਟ ਹੁੰਦੀ ਹੈ ਉਹਦਾ ਮਤਲਬ ਹੁੰਦਾ ਹੈ ਦੁਲਹਨ ਕੁੜੀ। ਜੇ ਅਸੀਂ ਪੰਜਾਬੀ ਦੇ ਵਿੱਚ ਤਰਜਮਾ ਕਰ ਦਿਆਂਗੇ ਚਿੱਟੇ ਕੱਪੜਿਆਂ ਵਾਲੀ ਕੁੜੀ, ਸਾਡੇ ਚਿੱਟੇ ਕੱਪੜਿਆਂ ਵਾਲੀ ਵਿਧਵਾ ਜਨਾਨੀ ਨੂੰ ਅਸੀਂ ਸੰਗਿਆ ਦਿੰਨੇ ਆ। ਇਹਦਾ ਮਤਲਬ ਇਹ ਹੋਇਆ ਕਿ ਸ਼ਬਦ ਨੂੰ ਬਿਲਕੁਲ ਉਸੇ ਰੂਪ ਦੇ ਵਿੱਚ ਜੇ ਅਸੀਂ ਦੂਜੀ ਭਾਸ਼ਾ ਦੇ ਵਿੱਚ ਲੈ ਕੇ ਜਾਵਾਂਗੇ, ਬਿਨਾਂ ਉਸ ਸ਼ਬਦ ਦੀ ਬਣਤਰ, ਉਸ ਸ਼ਬਦ ਦੀ ਸ਼ਕਤੀ ਨੂੰ ਸਮਝਿਆ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਇਸੇ ਕਰਕੇ ਜਦੋਂ ਅਸੀਂ ਸਾਹਿਤ ਆਲੋਚਨਾ ਨੂੰ ਸਮਝਣਾ, ਸਾਹਿਤ ਆਲੋਚਨਾ ਬਾਰੇ ਜਾਣਨਾ ਜਾਂ ਸਾਹਿਤ ਦੀ ਵਿਆਖਿਆ ਜਾਂ ਵਿਸ਼ਲੇਸ਼ਣ ਕਰਨਾ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਉਸ ਰਚਨਾ ਦੇ ਵਿੱਚ ਵਰਤਿਆ ਗਿਆ ਸ਼ਬਦ ਹੈ ਉਹ ਕਿਸ ਪੱਧਰ ਤੇ ਵਰਤਿਆ ਗਿਆ। ਅਸੀਂ ਮੰਨ ਲਿਆ ਕਿ ਅਬਦਾ ਪੱਧਰ ਤੇ ਵਰਤੇ ਗਏ ਸ਼ਬਦਾਂ ਨਾਲ ਸਾਹਿਤ ਨਹੀਂ ਬਣਦਾ। ਜਿਹੜੇ ਲਖਨਾਇਕ ਸ਼ਬਦ ਹੈ ਉਸ ਨਾਲ ਸਾਹਿਤ ਦਾ ਪਹਿਲਾ ਪੜਾਅ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਕਿਸੇ ਰਚਨਾ ਦੇ ਵਿੱਚ ਪਏ ਹੋਏ ਅਰਥਾਂ ਨੂੰ ਆਪਣੇ ਬੋਧ ਨਾਲ, ਵਿਵੇਕ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੀਸਰਾ ਅਰਥ ਸਾਡੇ ਕੋਲੇ ਵਿਅੰਜਕ ਅਰਥ ਹੁੰਦਾ ਹੈ ਜਦੋਂ ਇੱਕ ਸ਼ਬਦ ਸਹਿਜ ਅਰਥ ਤੋਂ ਅੱਗੇ ਜਾ ਕੇ ਜਿਹੜਾ ਮੂਲ ਅਰਥ ਹੈ ਉਸ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਹੈ। ਇੱਥੇ ਜਾ ਕੇ ਜਿਹੜਾ ਆਲੋਚਕ ਹੈ ਉਹ ਜਿਹੜੇ ਤਿੰਨ ਪੜਾਅ ਆਲੋਚਨਾ ਦੇ ਮੰਨਦਾ ਹੈ, ਵਿਆਖਿਆ, ਵਿਸ਼ਲੇਸ਼ਣ ਤੇ ਮੁਲਾਂਕਣ। ਜੇ ਉਸ ਵਿਅਕਤੀ ਨੂੰ ਲੱਖਣਾਂ ਤੇ ਵਿਅੰਜਨਾ ਅਰਥਾਂ ਦਾ ਸਹੀ ਰੂਪ ਦੇ ਵਿੱਚ ਬੋਧ ਨਹੀਂ ਹੈ, ਉਹਦਾ ਗਿਆਨ ਨਹੀਂ ਹੈ, ਤਾਂ ਉਹ ਰਚਨਾ ਦੀ ਜਿਹੜੀ ਵਿਆਖਿਆ ਤਾਂ ਕਰ ਸਕਦਾ ਹੈ, ਉਹਦਾ ਵਿਸ਼ਲੇਸ਼ਣ ਤੇ ਮੁਲਾਂਕਣ ਨਹੀਂ ਕਰ ਸਕਦਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜਾ ਭਾਰਤੀ ਕਾਵਿ ਸ਼ਾਸਤਰ ਹੈ ਉਸ ਦਾ ਧਵਨੀ ਸਿਧਾਂਤ ਸਾਹਿਤ ਨੂੰ ਸਮਝਣ ਲਈ ਬੇਹੱਦ ਜ਼ਰੂਰੀ ਹੈ। ਇਸ ਲਈ ਇਹਦੇ ਸਾਰੇ ਵਰਤਾਰਿਆਂ ਨੂੰ ਜੇ ਅਸੀਂ ਇਸ ਰੂਪ ਦੇ ਵਿੱਚ ਸਮਝਾਂਗੇ, ਜਾਣਾਂਗੇ, ਤਾਂ ਹੀ ਅਸੀਂ ਠੀਕ ਰੂਪ ਦੇ ਵਿੱਚ ਸਾਹਿਤ ਦੀ ਵਿਆਖਿਆ ਜਾਂ ਵਿਸ਼ਲੇਸ਼ਣ ਕਰ ਸਕਦੇ ਹਾਂ। ਸਰ, ਤੁਸੀਂ ਧੁਨੀ ਬਾਰੇ, ਧੁਨੀ ਦੇ ਜਿਹੜੇ ਉਸ ਤੋਂ ਅਗਲੇ ਪੱਖ ਆਪਦਾ ਲੱਛਣਾਂ, ਵਿਅੰਜਨਾਂ, ਸ਼ਬਦ ਸ਼ਕਤੀਆਂ ਬਾਰੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ। ਤੁਹਾਡਾ ਧੰਨਵਾਦ ਸਰ। ਧੰਨਵਾਦ ਡਾਕਟਰ ਸਾਹਿਬ। ਪਿਆਰੇ ਦਰਸ਼ਕੋ, ਉਮੀਦ ਕਰਦੇ ਹਾਂ ਇਹ ਵੀਡੀਓ ਵੀ ਤੁਹਾਡੇ ਲਈ ਲਾਹੇਵੰਦ ਹੋਵੇਗੀ ਤੇ ਤੁਹਾਡਾ ਬਹੁਤ ਧੰਨਵਾਦ।